ਆਰਪੀ ਟੀਵੀ ਨਾਲ ਜੁੜੇ ਸਾਰੇ ਦੋਸਤਾਂ ਸੱਜਣਾਂ ਨੂੰ ਮੇਰੇ ਵੱਲੋਂ ਜਾਣੀ ਸਤੀਸ਼ ਦਰਦੀ ਵੱਲੋਂ ਸਤਿ ਸ੍ਰੀ ਅਕਾਲ, ਸਲਾਮ, ਆਦਾਬ। ਦੋਸਤੋ, ਜਿਵੇਂ ਕਿ ਕਿਹਾ ਜਾਂਦਾ ਕਿ ਪੰਜਾਬ ਦੀ ਧਰਤੀ ਪੀਰਾਂ ਫਕੀਰਾਂ ਪੈਗੰਬਰਾਂ ਦੀ ਧਰਤੀ ਹੈ। ਕਿਸੇ ਵੀ ਪਿੰਡ ਵਿੱਚ ਚਲੇ ਜਾਓ, ਕਿਸੇ ਵੀ ਸ਼ਹਿਰ ਵਿੱਚ, ਹਰ ਸ਼ਹਿਰ ਜਾਂ ਹਰ ਕਸਬੇ ਵਿੱਚ ਕੋਈ ਨਾ ਕੋਈ ਦਰਬਾਰ ਸੁਸ਼ੋਭਿਤ ਹੈ। ਪਿੰਡ ਕੋਟ ਫਤੋਈ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਹੈ, ਕਸਬਾ ਬਹਿਰਾਮ ਅਤੇ ਕਸਬਾ ਮਾਲਪੁਰ ਤੋਂ ਕਰੀਬ 12 ਕਿਲੋਮੀਟਰ ਦੀ ਬਿਰਥ ਤੇ ਪਿੰਡ ਕੋਟ ਫਤੋਈ ਵਿੱਚ ਦਰਗਾਹ ਸਖੀ ਸੁਲਤਾਨ ਲੱਖ ਦਾਤਾ ਪੀਰ ਸਾਈਂ ਜੋਗਿੰਦਰ ਸ਼ਾਹ ਜੀ ਕਾਦਰੀ। ਇਹ ਦਰਬਾਰ ਪਿੰਡ ਕੋਟ ਫਤੋਈ ਵਿੱਚ ਸਥਿਤ ਹੈ। ਇਸ ਦਰਬਾਰ ਦੇ ਗੱਦੀ ਨਸ਼ੀਨ ਸਾਈਂ ਅਵਿਨਾਸ਼ ਸ਼ਾਹ ਜੀ ਕਾਦਰੀ। ਆਓ ਅੱਜ ਆਪਾਂ ਉਹਨਾਂ ਦੇ ਦਰਬਾਰ ਤੇ ਚੱਲਦੇ ਹਾਂ।
ਦਾਤਾ ਪੀਰ ਪਿੰਡ ਕੋਟ ਫਤੋਈ। ਅੱਜ ਅਸੀਂ ਪਹੁੰਚੇ ਹਾਂ ਗੱਦੀ ਨਸ਼ੀਨ ਸਾਈਂ ਅਵਿਨਾਸ਼ ਸ਼ਾਹ ਜੀ ਕਾਦਰੀ ਜੀ ਦੇ ਦਰਬਾਰ 'ਤੇ। ਅੱਜ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਸ ਦਰਬਾਰ ਦੇ ਇਤਿਹਾਸ, ਗਤੀਵਿਧੀਆਂ ਬਾਰੇ। ਸਾਈਂ ਜੀ, ਜਿਵੇਂ ਕਿ ਫਕੀਰੀ ਲੈਣ ਦੇ ਵਿੱਚ ਇੱਕ ਸਿਜਰਾ ਪੜ੍ਹਿਆ ਜਾਂਦਾ, ਇਹ ਕਾਦਰੀ ਘਰਾਣਾ ਕੀ ਹੈ, ਇਸ ਬਾਰੇ ਸਾਡੇ ਦਰਸ਼ਕਾਂ ਨੂੰ, ਵੇਖਣ ਵਾਲਿਆਂ ਨੂੰ ਚਾਨਣਾ ਪਾਵੇ। ਕਾਦਰੀ ਘਰਾਣਾ ਜੋ ਅਬਦੁਲ ਕਾਦਰ ਸ਼ਾਹ ਜਲਾਨੀ ਪੀਰਾਂ ਦੇ ਪੀਰ ਜਨਾਬ ਦਸਤਗੀਰ 11ਵੀਂ ਵਾਲੀ ਸਰਕਾਰ ਬਗਦਾਦ ਦੇ ਸ਼ਹਿਨਸ਼ਾਹ ਦੋ ਆਲਮ, ਜਿਨ੍ਹਾਂ ਤੋਂ ਫਕੀਰੀ ਸ਼ੁਰੂ ਹੋ ਰਹੀ ਹੈ, ਉਹਨਾਂ ਨਾਲ ਜਿੰਨੇ ਤਾਲੁਕ ਰੱਖਣ ਵਾਲੇ ਫਕੀਰ ਹਨ ਉਹ ਸਾਰੇ ਕਾਦਰੀ ਘਰਾਣੇ ਦੇ ਹਨ। ਇਹ ਕਾਦਰੀ ਘਰਾਣਾ ਅਬਦੁਲ ਕਾਦਰ ਸ਼ਾਹ ਜਲਾਨੀ ਪੀਰਾਂ ਦੇ ਪੀਰ ਜਨਾਬ ਦਸਤਗੀਰ 11ਵੀਂ ਵਾਲੀ ਸਰਕਾਰ ਤੋਂ ਸ਼ੁਰੂ ਹੋਇਆ। ਜਾਂ ਤੁਸੀਂ ਇਸ ਦਰਬਾਰ ਨਾਲ ਕਦੋਂ ਤੋਂ ਜੁੜੇ ਹੋਏ ਹੋ? ਇਹ ਦਰਬਾਰ ਕਰੀਬ 5 ਸਾਲ ਪੁਰਾਣਾ ਹੈ ਤੇ ਸਾਡੇ ਬਜ਼ੁਰਗ ਜੋ ਸਾਡੇ ਪਿੰਡ ਕੋਟ ਫਤੋਈ ਦੇ ਵਿਚਕਾਰ ਜਗ੍ਹਾ, ਜਿਨ੍ਹਾਂ ਨੂੰ ਸਖੀ ਸਰਵਰ ਲੱਖ ਦਾਤਾ ਪੀਰ ਜੀ ਦਾ ਥਾਨ ਆਖਦੇ ਹਨ, ਉਹਨਾਂ ਦੀ ਮਾਨਤਾ ਕਰਦੇ ਸਨ। ਉਸ ਤੋਂ ਬਾਅਦ ਇਹ ਦਰਬਾਰ ਨੂੰ ਉਸ ਜਗ੍ਹਾ ਤੋਂ ਲੈ ਕੇ ਇੱਥੇ ਉਸਾਰਿਆ ਗਿਆ। ਤਾਂ ਇਸ ਕਰਕੇ ਉੱਥੇ ਜਗ੍ਹਾ ਬਹੁਤ ਘੱਟ ਸੀ। ਇਹ ਜੋ ਦਰਬਾਰ ਬਣਾਇਆ ਗਿਆ, ਇਹ ਸੰਗਤ ਦੇ ਸਹਿਯੋਗ ਨਾਲ ਬਣਾਇਆ ਗਿਆ। ਮੇਰਾ ਫਿਰ ਉਹੀ ਸਵਾਲ ਆ ਸਾਈਂ ਜੋਗਿੰਦਰ ਸ਼ਾਹ ਜੀ ਕਾਦਰੀ ਉਹਨਾਂ ਬਾਰੇ। ਇਹ ਸਾਈਂ ਜੋਗਿੰਦਰ ਸ਼ਾਹ ਜੀ ਕਾਦਰੀ ਕੌਣ ਸਨ? ਉਹਨਾਂ ਦਾ ਤੁਹਾਡੇ ਨਾਲ ਕੀ ਤਾਲੁਕਾਤ ਸੀ? ਤੁਹਾਡੇ ਮੁਰਸ਼ਿਦ ਸਨ ਜਾਂ ਤੁਹਾਡੇ ਉਹਨਾਂ ਦੇ ਕੀ ਸੰਬੰਧ ਸੀ? ਹਜ਼ਰਤ ਸਾਈਂ ਜੋਗਿੰਦਰ ਸ਼ਾਹ ਕਾਦਰੀ ਜੀ ਸਾਡੇ ਪੀਰੋ ਮੁਰਸ਼ਿਦ ਸਨ। ਸਾਡਾ ਅਸਲ ਦੌਲਤਖਾਨਾ ਹਜ਼ਰਤ ਪੀਰ ਬਾਬਾ ਹਾਕਮ ਸ਼ਾਹ ਵਾਲੀ ਪਿੰਡ ਕਟਾਰੀਆਂ ਤੋਂ, ਜੋ ਕਿ ਨਜ਼ਦੀਕ ਹੀ 1-2 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਹੈ। ਅਤੇ ਸਾਈਂ ਜੋਗਿੰਦਰ ਸ਼ਾਹ ਜੀ ਜਿਹੜੇ ਸੀਗੇ ਉਹ ਸਾਡੇ ਪੀਰੋ ਮੁਰਸ਼ਿਦ ਸਨ। ਉਹਨਾਂ ਦੇ ਪੀਰ ਜਿਹੜੇ ਸੀਗੇ ਸਾਈਂ ਹਜ਼ਰਤ ਪੀਰ ਬਾਬਾ ਪੂਰਨ ਸ਼ਾਹ ਜੀ, ਉਹਨਾਂ ਦੇ ਪੀਰ ਜਿਹੜੇ ਸੀ ਹਜ਼ਰਤ ਪੀਰ ਬਾਬਾ ਦੌਲੇ ਸ਼ਾਹ ਜੀ, ਹਜ਼ਰਤ ਪੀਰ ਬਾਬਾ ਹਾਕਮ ਸ਼ਾਹ ਜੀ। ਇਸ ਤੋਂ ਬਾਅਦ ਪਿੰਡ ਮਾਨਕਾਂ ਚਲੇ ਗਏ ਬਾਬਾ ਭੂਪੇ ਸ਼ਾਹ ਜੀ। ਉਸ ਤੋਂ ਬਾਅਦ ਬਾਬਾ ਮਾਣੀ ਸ਼ਾਹ ਜੀ, ਸੂਬਾ ਸੁਲਤਾਨ ਅਲੀ, ਗੌਸ ਮੁਹੰਮਦ ਸਾਹਿਬ ਪਾਕਿਸਤਾਨ ਤੋਂ ਹੁੰਦੇ ਹੋਏ ਇਹ ਗੱਦੀ ਜਿਹੜੀ ਹੈ ਸਾਡੀ ਬਗਦਾਦ ਸ਼ਰੀਫ ਵਿੱਚ ਚਲੇ ਜਾਂਦੀ ਹੈ। ਇਹ ਜੋ ਸਾਈਂ ਜੋਗਿੰਦਰ ਸ਼ਾਹ ਜੀ ਕਾਦਰੀ ਜੀ, ਇਹ ਤੁਹਾਡੇ ਇਸ ਪਿੰਡ ਦੇ ਵਸਨੀਕ ਸਨ? ਸਾਈਂ ਜੋਗਿੰਦਰ ਸ਼ਾਹ ਕਾਦਰੀ ਜੀ ਸਾਡੇ ਇਸ ਪਿੰਡ ਦੇ ਵਸਨੀਕ ਨਹੀਂ ਸਨ। ਸਾਈਂ ਜੋਗਿੰਦਰ ਸ਼ਾਹ ਜੀ ਪਿੰਡ ਕਜ਼ਲਾ ਬੰਗਿਆਂ ਦੇ ਨਜ਼ਦੀਕ ਪਿੰਡ ਨਵਾਂ ਸ਼ਹਿਰ ਵਿੱਚ ਪੈਂਦਾ ਹੈ, ਉੱਥੇ ਦੇ ਰਹਿਣ ਵਾਲੇ ਸਨ। ਤੁਹਾਡਾ ਇਸ ਦਰਬਾਰ 'ਤੇ ਆਉਣਾ ਜਾਂ ਤੁਹਾਨੂੰ ਫਕੀਰੀ ਲਗਨ ਕਿਵੇਂ ਲੱਗੀ? ਕਿਉਂਕਿ ਕਿਸੇ ਸ਼ਾਇਰ ਨੇ ਕਿਹਾ ਆ, ਫਕੀਰਾ ਫਕੀਰੀ ਦੂਰ ਹੈ, ਜਿਤਨੀ ਕੋ ਲੰਬੀ ਖਜੂਰ ਹੈ, ਚੜ ਜਾਵੇਂ ਤਾਂ ਪੀਵੇਂ ਪ੍ਰੇਮ ਰਸ, ਡਿੱਗ ਪਏ ਤਾਂ ਚੱਕਣਾ ਚੂਰ ਹੈ। ਇਹ ਤੁਹਾਡੇ ਫਕੀਰੀ ਦੇ ਵਿੱਚ ਲਗਨ ਕਿਵੇਂ ਲੱਗੀ? ਸਾਡੀ ਫਕੀਰੀ ਵਿੱਚ ਲਗਨ, ਅਸੀਂ ਰੋਜ਼ਾ ਹਜ਼ਰਤ ਪੀਰ ਬਾਬਾ ਹਾਕਮ ਸ਼ਾਹ ਪਿੰਡ ਕਟਾਰੀਆਂ ਵਿੱਚ ਬਚਪਨ ਦੇ ਵਿੱਚ ਜਾਂਦੇ ਸੀ। ਸਾਡੇ ਬਾਬਾ ਗੁਰੂ ਜੀ ਬਾਬਾ ਪੂਰਨ ਸ਼ਾਹ ਜੀ, ਸਾਡਾ ਉਹਨਾਂ ਦੇ ਨਾਲ ਬਹੁਤ ਪਿਆਰ ਸੀਗਾ। ਉਹਨਾਂ ਦੇ ਪਿਆਰ ਦਾ ਸਦਕਾ ਸਾਨੂੰ ਇਹ ਲੱਗਣ ਲੱਗੀ। ਤੇ ਤੁਹਾਡਾ ਸਾਈਂ ਜੋਗਿੰਦਰ ਸ਼ਾਹ ਕਾਦਰੀ ਉਹਨਾਂ ਦੇ ਦਰਬਾਰ 'ਤੇ ਜਾਂ ਉਹਨਾਂ ਦੇ ਚਰਨਾਂ ਵਿੱਚ ਕਿਵੇਂ ਆਉਣਾ ਹੋਇਆ? ਸਾਈਂ ਜੋਗਿੰਦਰ ਸ਼ਾਹ ਕਾਦਰੀ ਜੀ ਸਾਡੇ ਪੀਰੋ ਮੁਰਸ਼ਿਦ ਸੀ। ਪਿੰਡ ਕਜ਼ਲਿਆਂ ਵਿੱਚ ਉਹਨਾਂ ਦਾ ਉਹ ਚੜ੍ਹਾਈ ਕਰ ਗਏ। ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਪਿੰਡੋਂ ਇੱਥੇ ਦਫਨਾਇਆ ਗਿਆ, ਪਿੰਡ ਕੋਟ ਫਤੋਈ, ਜਿਹੜਾ ਕਿ ਬੱਕਬੋਰਡ ਦੀ ਜਗ੍ਹਾ ਸੀਗੀ। ਉੱਥੇ ਦਫਨਾਉਣ ਤੋਂ ਉਪਰੰਤ ਲੋਕਾਂ ਨੇ, ਮੁਸਲਿਮ ਲੋਕਾਂ ਨੇ, 2 ਪਰਿਵਾਰ ਸਾਡੇ ਪਿੰਡ ਦੇ ਵਿੱਚ, ਉਹਨਾਂ ਨੇ ਇਸ ਚੀਜ਼ ਤੋਂ ਰੋਕਿਆ ਸਾਨੂੰ, ਅਤੇ ਪੱਕਾ ਦਰਬਾਰ ਜਾਂ ਮਜ਼ਾਰ ਬਣਨ ਤੋਂ ਵੀ ਰੋਕਿਆ। ਇਸ ਕਰਕੇ ਜਗ੍ਹਾ ਨੂੰ ਅਸੀਂ ਬਹੁਤ ਜਲਦੀ ਲਿਆ। ਤਕਰੀਬਨ 3.5 ਮਹੀਨੇ ਬਾਅਦ ਸਾਈਂ ਜੋਗਿੰਦਰ ਸ਼ਾਹ ਜੀ ਦੇ ਕਬਰ ਨੂੰ ਅਸੀਂ ਫਿਰ ਖੋਲ੍ਹਿਆ, ਤਬੂਕ ਨੂੰ ਇੱਥੇ ਸ਼ਿਫਟ ਕੀਤਾ। 3.5 ਮਹੀਨੇ ਬਾਅਦ ਇਸ ਦਰਬਾਰ 'ਤੇ ਉਹਨਾਂ ਨੂੰ ਸ਼ਿਫਟ ਕੀਤਾ। ਅਸੀਂ ਉਹਨਾਂ ਦੀ ਹੁਣ ਦਰਵੇਸ਼ ਬਣ ਕੇ ਖਿਦਮਤ ਕਰ ਰਹੇ ਹਾਂ। ਗੱਲ ਆਪਾਂ ਕਰਦੇ ਹਾਂ ਇਸ ਦਰਬਾਰ ਦੇ ਗਤੀਵਿਧੀਆਂ ਦੀ। ਇਸ ਦਰਬਾਰ ਦੇ ਸਾਲਾਨਾ ਉਰਸ ਮੁਬਾਰਕ ਕਿਹੜੇ ਨੇ, ਜਾਂ ਹੋਰ ਸਮਾਜਿਕ ਕਾਰਜ ਇਸ ਦਰਬਾਰ ਵੱਲੋਂ ਕੀ ਕੀ ਕੀਤੇ ਜਾਂਦੇ ਨੇ? ਉਰਸ ਮੁਬਾਰਕ ਹਰ ਸਾਲ ਦੀ ਤਰ੍ਹਾਂ ਇਹ ਦਰਬਾਰ ਪਿੰਡ ਕੋਟ ਫਤੋਈ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ। ਹਰ ਸਾਲ ਦੀ ਤਰ੍ਹਾਂ ਇਸ ਦਰਬਾਰ ਦੇ ਵਿੱਚ 1 ਦਸੰਬਰ ਦਾ ਮੇਲਾ ਕਰਵਾਇਆ ਜਾਂਦਾ।
ਜਿਹੜਾ ਕਿ ਸੰਗਤ ਦੇ ਸਹਿਯੋਗ ਨਾਲ ਹੁੰਦਾ। ਸਵੇਰੇ ਸ਼ੁਰੂ ਹੁੰਦਾ, ਸ਼ਾਮ ਨੂੰ ਮੇਲੇ ਦੀ ਸਮਾਪਤੀ ਹੋ ਜਾਂਦੀ ਹੈ। ਤੇ ਇਸ ਦਰਬਾਰ ਤੇ ਹਰ ਚੀਜ਼ ਜਿਹੜੀ ਆ ਸੂਫੀਆਨਾ ਢੰਗ ਨਾਲ ਕੀਤੀ ਜਾਂਦੀ ਹੈ। ਇੱਥੇ ਕੋਈ ਚੌਂਕੀ ਨਹੀਂ ਲਗਾਈ ਜਾਂਦੀ, ਕੋਈ ਪੁੱਛ ਨਹੀਂ ਦਿੱਤੀ ਜਾਂਦੀ, ਸਿਰਫ ਫਰਿਆਦ ਔਰ ਦੁਆ ਕੀਤੀ ਜਾਂਦੀ ਹੈ। ਅੱਲਾ ਕਬੂਲ ਕਰਦਾ ਹੈ, ਸਾਰਿਆਂ ਦੀ ਮੁਰਾਦ ਪੂਰੀ ਹੋ ਜਾਂਦੀ ਹੈ। ਇਹ ਜੋ 1 ਦਸੰਬਰ ਦਾ ਉਰਸ ਹੈ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੀ ਤੇ ਸਾਈਂ ਜੀ, ਇਸ ਦਰਬਾਰ ਦੇ ਨਾਲ ਨਾਲ ਤੁਸੀਂ ਆਪਣੇ ਜੀਵਨ ਦੇ ਵਿੱਚ ਹੋਰ ਕੀ ਸਮਾਜਿਕ ਗਤੀਵਿਧੀਆਂ ਕਰਦੇ ਹੋ ਜਾਂ ਆਪਣੇ ਸਮਾਜ ਲਈ ਕੀ ਕਰ ਰਹੇ ਹੋ? ਅਸੀਂ ਆਪਣੇ ਸਮਾਜ ਲਈ ਇੱਕ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਮਈਆ ਫਲੋਰ ਜਲੰਧਰ ਵਿਖੇ ਸਥਾਪਿਤ ਕੀਤੀ ਹੋਈ ਹੈ, ਜਿੱਥੇ ਅਸੀਂ ਹਰ ਸਾਲ ਖੂਨਦਾਨ ਕੈਂਪ, ਬੂਟੇ ਲਗਾਉਣਾ ਜਾਂ ਲੜਕੀਆਂ ਦੇ ਵਿਆਹ ਕਰਨਾ ਜਾਂ ਟਰਾਈਸਾਈਕਲ ਵਗੈਰਾ ਬੱਚਿਆਂ ਨੂੰ ਦੇਣ ਦਾ ਕੰਮ ਕਰਦੇ ਹਾਂ। ਮੈਂ ਉੱਥੇ ਮੀਤ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ 'ਤੇ ਕੰਮ ਕਰਦਾ ਹਾਂ। ਮੇਰੇ ਜਿਹੜੇ ਸੀਨੀਅਰ ਹਨ ਪ੍ਰਧਾਨ ਜੀ ਸਾਈਂ ਪੱਪਲ ਸ਼ਾਹ ਪਰੋਮਜ਼ਾਰਾ, ਅਤੇ ਜਿਹੜੇ ਚੇਅਰਮੈਨ ਹਨ ਉਹ ਮਨਜੀਤ ਸਾਵਰੀ ਜੀ ਲਿੱਦੜਾਂ ਤੋਂ ਹਨ। ਅਤੇ ਅਸੀਂ ਉਸ ਦਰਬਾਰ 'ਤੇ ਆਪਣਾ ਹਰ ਸਾਲ ਹਰ ਮਹੀਨੇ 10 ਤਰੀਕ ਦੀ ਮੀਟਿੰਗ ਕਰਦੇ ਹਾਂ। ਅਤੇ ਜੋ ਵੀ ਸਾਡੇ ਤੋਂ ਸਾਰੇ ਫਕੀਰਾਂ ਤੋਂ ਸਮਾਜਿਕ ਤੌਰ 'ਤੇ ਸੇਵਾ ਹੋ ਸਕਦੀ ਅਸੀਂ ਰਲ ਮਿਲ ਕੇ ਕਰਦੇ ਹਾਂ। ਤੁਸੀਂ ਗੱਲ ਕੀਤੀ ਕਿ ਤੁਸੀਂ ਇੱਕ ਸੁਸਾਇਟੀ ਬਣਾਈ ਹੋਈ ਹੈ ਜੋ ਸਮਾਜ ਦੇ ਵਿੱਚ ਵਾਤਾਵਰਣ ਲਈ ਬੂਟੇ ਲਗਾ ਰਹੇ ਹੋ, ਅਪਾਹਜ ਵਿਅਕਤੀਆਂ ਲਈ ਟਰਾਈਸਾਈਕਲ ਦਿੰਦੇ ਹੋ, ਬੱਚਿਆਂ ਨੂੰ ਪੜ੍ਹਾਈ ਦੀ ਸਮੱਗਰੀ ਵਗੈਰਾ ਦਿੰਦੇ ਹੋ। ਇਹ ਬੜੀ ਵਧੀਆ ਗੱਲ ਹੈ ਜੀ ਤੁਹਾਡੇ ਸੁਸਾਇਟੀ ਲਈ। ਮੇਰਾ ਆਖਰੀ ਸਵਾਲ ਸਾਈਂ ਜੀ ਇਹੀ ਆ ਕਿ ਤੁਸੀਂ ਸਾਡੇ ਆਰਪੀ ਟੀਵੀ ਦੇ ਚੈਨਲ ਰਾਹੀਂ ਆਮ ਪਬਲਿਕ ਜਾਂ ਪੀਰੀ ਫਕੀਰੀ ਨੂੰ ਮੰਨਣ ਵਾਲੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਰੰਗ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਹਾਂ ਕਿ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਸਾਡੇ ਕੋਲ ਪਹੁੰਚੇ ਹਨ, ਅਤੇ ਉਹਨਾਂ ਦੀ ਸਾਰੇ ਮੈਂਬਰਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਉਪਦੇਸ਼ ਇਹੀ ਆ ਕਿ ਸਮਾਜ ਦੇ ਵਿੱਚ ਦੂਰੀਆਂ ਪੈਦਾ ਨਾ ਕੀਤੀਆਂ ਜਾਣ, ਹਮੇਸ਼ਾ ਹੀ ਰਲ ਮਿਲ ਕੇ ਸਾਰੇ ਕੰਮ ਕੀਤੇ ਜਾਣ। ਹਰ ਇੱਕ ਧਰਮ, ਹਰ ਇੱਕ ਸੰਸਥਾ ਜਿਹੜੀ ਆ ਉਹ ਅੱਛੇ ਉਪਦੇਸ਼ ਲਈ ਪ੍ਰੇਰਿਤ ਕਰਦੀ ਆ। ਸਾਨੂੰ ਹਮੇਸ਼ਾ ਅੱਛੇ ਕੰਮ ਕਰਨੇ ਚਾਹੀਦੇ ਹਨ, ਬੱਚਿਆਂ ਨੂੰ ਅੱਛੀ ਸਿੱਖਿਆ ਦੇਣੀ ਚਾਹੀਦੀ ਹੈ। ਸਮਾਜ ਵਿੱਚ ਨਸ਼ਿਆਂ ਦੇ ਮੁਤਲਕ ਆਪਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਨਸ਼ਿਆਂ ਤੋਂ ਮੁਕਤ ਧਰਤੀ ਸਾਡੀ ਜਿਹੜੀ ਰਹੇ, ਉਹ ਤਰੱਕੀ ਦਾ ਇੱਕ ਕਾਰਨ ਬਣੇਗੀ। ਅਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਈਂ ਜੀ, ਦਰਗਾਹ ਸਖੀ ਸਰਵਰ ਲਾਲਾਂ ਵਾਲਾ ਪੀਰ ਕੋਟ ਫਤੂਹੀ ਦਰਬਾਰ 'ਤੇ ਆਉਣ ਤੋਂ ਪਹਿਲਾਂ ਤੁਸੀਂ ਕਿਹੜੇ ਕਿਹੜੇ ਦਰਬਾਰ 'ਤੇ ਸੇਵਾ ਕੀਤੀ ਜਾਂ ਕਿਹੜੇ ਦਰਬਾਰਾਂ ਨਾਲ ਜੁੜੇ ਰਹੇ ਹੋ? ਅਸੀਂ ਪਹਿਲਾਂ ਤੋਂ ਬਚਪਨ ਤੋਂ ਹੀ ਜਦੋਂ ਕੁਝ ਸੁਰਤ ਸੰਭਾਲੀ, ਉਸ ਤੋਂ ਬਾਅਦ ਅਸੀਂ ਸਾਡੇ ਪਿੰਡ ਦੇ ਵਿੱਚ, ਪਿੰਡ ਦੇ ਚੜ੍ਹਦੇ ਪਾਸੇ ਰੋਜ਼ਾ ਹਜ਼ਰਤ ਪੀਰ ਬਾਬਾ ਪਰੀਸ਼ਾ ਜੀ ਦਾ ਦਰਬਾਰ ਸੱਜਦ ਘਰਾਣੇ ਦੇ ਸੀ ਉਹ। ਉਸ ਦਰਬਾਰ ਦੇ ਉੱਤੇ ਤਕਰੀਬਨ ਅਸੀਂ 29 ਸਾਲ ਸੇਵਾ ਕੀਤੀ। ਉਸ ਦਰਬਾਰ ਦੀ ਔਰ ਸੰਗਤ ਦੀ ਸੇਵਾ 29 ਸਾਲ ਅਸੀਂ ਆਪਣੀ ਬਾਖੂਬੀ ਨਿਭਾਈ। ਦਰਬਾਰ ਸਖੀ ਸਰਵਰ ਲਾਲਾਂ ਵਾਲਾ ਪੀਰ ਦਰਗਾਹ ਕੋਟ ਫਤੂਹੀ ਦੇ ਦਰਬਾਰ ਦੇ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਆਪਣਾ ਸ਼ੁਭ ਨਾਮ ਕੀ ਜੀ? ਭਗਵਾਨ ਦਾਸ ਜੀ। ਇਹ ਕਿਹੜੇ ਪਿੰਡ ਤੋਂ ਜੀ ਤੁਸੀਂ? ਪਿੰਡ ਨਡਾਲੋਂ ਤੋਂ ਜੀ। ਪਿੰਡ ਨਡਾਲੋ। ਇਹ ਤੁਸੀਂ ਇਸ ਦਰਬਾਰ ਨਾਲ ਕਦੋਂ ਤੋਂ ਜੁੜੇ ਹੋਏ ਹੋ? ਅਸੀਂ ਸੰਨ 2004 ਤੋਂ ਬਾਬਾ ਜੀ ਦੇ ਚਰਨਾਂ ਜੁੜੇ ਹੋਏ ਹਾਂ। ਸੰਨ 2004 ਤੋਂ ਤੁਸੀਂ ਇਸ ਦਰਬਾਰ ਤੇ ਆਉਂਦੇ ਹੋ। ਤੁਹਾਡੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ? ਹਾਂਜੀ, ਬਿਲਕੁਲ ਪੂਰੀ ਹੁੰਦੀ ਹੈ ਜੀ। ਆਪਣਾ ਸ਼ੁਭ ਨਾਮ ਜੀ? ਬਲਵਿੰਦਰ ਸਿੰਘ। ਬਲਵਿੰਦਰ ਸਿੰਘ ਜੀ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਨਰਾਲੋਂ ਤੋਂ ਜੀ। ਤੁਸੀਂ ਵੀ ਨਡਾਲੇ ਤੋਂ ਹੋ। ਤੁਹਾਡਾ ਇਸ ਦਰਬਾਰ ਤੇ ਕਿਵੇਂ ਆਉਣਾ? ਤਾਂ ਬਾਬਾ ਜੀ ਹੁਣੀ ਸਾਡੇ ਪਿੰਡ ਜਾਂਦੇ ਸੀਗੇ ਜੀ, ਅੱਛਾ ਜੀ। ਮੇਲੇ ਤੇ ਜਾਂਦੇ ਹੁੰਦੇ ਸਾਨੂੰ। ਤੁਹਾਡੇ ਪਿੰਡ ਮੇਲੇ ਤੇ ਕਿਹੜੀ ਦਰਗਾਹ ਤੇ ਮੇਲੇ ਤੇ ਜਾਂਦੇ ਸੀ? ਲੱਖ ਦਾ ਦਰਬਾਰ ਉੱਥੇ ਵੀ ਲੱਖ ਦਾਤਾ ਪੀਰ ਦਾ ਦਰਬਾਰ ਹੈ। ਦਰਬਾਰ ਤੇ ਜਾਂਦੇ ਸੀ ਜੀ ਬਾਬਾ ਜੀ ਹੁਣੀ। ਹਾਂਜੀ, ਤੁਸੀਂ ਇਸ ਦਰਬਾਰ ਤੇ ਆਉਣਾ ਸ਼ੁਰੂ ਕੀਤਾ। ਤੁਸੀਂ ਦਰਬਾਰ ਤੇ ਕਦੋਂ ਤੋਂ ਆਉਂਦੇ ਹੋ? ਅਸੀਂ ਜੀ 5-6 ਦੇ ਆਉਂਦੇ ਹਾਂ ਜੀ, 2005। ਤੁਹਾਨੂੰ ਇਸ ਦਰਬਾਰ ਤੇ ਆ ਕੇ ਕਿਵੇਂ ਮਹਿਸੂਸ ਹੁੰਦਾ ਹੈ? ਕਿਹੋ ਜਿਹੀਆਂ ਮਨੋਕਾਮਨਾ ਤੁਹਾਡੀਆਂ ਪੂਰੀਆਂ ਹੋਈਆਂ? ਕੋਈ ਦਰਬਾਰ ਦੇ ਨਾਲ ਤੁਹਾਡੀ ਕੋਈ ਸਾਂਝ ਕਿਵੇਂ ਜੁੜੀ?
ਬਸ ਜੀ ਅਸੀਂ ਤਾਂ ਬਾਬਾ ਜੀ ਉਹਨਾਂ ਦੇ ਆਸਰੇ, ਸਾਡਾ ਸਭ ਕੁਝ ਬਾਬਾ ਉਹਨਾਂ ਦੇ ਜੀ, ਉਹਨਾਂ ਦੇ ਕੋਲੇ ਹੀ ਆ ਜੀ। ਜਦੋਂ ਅਸੀਂ ਆਉਂਦੇ ਸਾਡੀ ਮਨੋਕਾਮਨਾ ਹਰ ਇੱਕ ਪੂਰੀ ਹੋ ਜਾਂਦੀ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਜੀ? ਸੁਰਿੰਦਰ ਕੌਰ ਜੀ। ਸੁਰਿੰਦਰ ਕੌਰ ਜੀ, ਤੁਸੀਂ ਇਸ ਦਰਬਾਰ ਦੇ ਨਾਲ ਰਸੋਈ ਖਾਨੇ ਦੇ ਵਿੱਚ ਸੇਵਾ ਕਰਦੇ ਹੋ। ਇਸ ਦਰਬਾਰ ਤੇ ਕਦੋਂ ਤੋਂ ਜੁੜੇ ਹੋ? ਅਸੀਂ ਰਸੋਈ ਘਰ ਤੋਂ ਸੇਵਾ ਕਰਨ ਤੋਂ ਪਹਿਲਾਂ ਵੀ ਤਕਰੀਬਨ 21-22 ਸਾਲ ਹੋ ਗਏ। ਪਹਿਲਾਂ ਸਾਡੇ ਸਾਹਿਬ ਜੀ ਅਟੈਚ ਸੀ ਬਾਬਾ ਜੀ ਦੇ ਨਾਲ, ਆਉਂਦੇ ਹੁੰਦੇ ਸੀ ਸੇਵਾ ਤੇ। ਬਾਬਾ ਪੀਰ ਪਰਿਸ਼ਾ ਜੀ ਦੀ ਜਗ੍ਹਾ ਤੇ ਉੱਥੇ ਸੀ ਦਰਬਾਰ 'ਚ ਬਾਬਾ ਜੀ ਸੇਵਾ ਕਰਦੇ। ਉੱਥੇ ਜਦੋਂ ਅਸੀਂ ਆਉਣਾ ਸ਼ੁਰੂ ਕੀਤਾ ਉੱਥੇ, ਤਾਂ ਜਿੱਦਾਂ ਅਸੀਂ ਆਉਂਦੇ ਰਹੇ, ਹੌਲੀ ਹੌਲੀ ਸਾਡਾ ਲੜਾਈ ਝਗੜਾ ਸੀ ਉਹ ਵੀ ਖਤਮ ਹੋ ਗਿਆ। ਆਪਸ ਵਿੱਚ ਬੜੇ ਅਸੀਂ ਪਿਆਰ ਮੁਹੱਬਤ ਨਾਲ ਰਹਿਣ ਲੱਗ ਪਏ। ਤੇ ਬਾਬਾ ਜੀ ਨੂੰ ਅਸੀਂ ਪੁੱਛਿਆ ਸੀਗਾ, ਬਾਪੂ ਜੀ ਇੱਦਾਂ ਕਹਿੰਦੇ, ਕੋਈ ਨਹੀਂ ਪੁੱਤ, ਵਿਸ਼ਵਾਸ ਰੱਖੋ, ਸੇਵਾ ਕਰੋ, ਚੰਗੇ ਕਰਮ ਕਰੋ ਤੁਸੀਂ, ਤੇ ਕਰਮ ਭਾਗ ਤੁਹਾਡੇ ਵਧੀਆ ਹੋ ਜਾਣਗੇ। ਤੇ ਉਸ ਤੋਂ ਬਾਅਦ 'ਚ ਅਸੀਂ ਜਿੱਦਾਂ ਆਉਂਦੇ ਰਹੇ ਤਕਰੀਬਨ ਬੱਚੇ ਪਹਿਲਾਂ ਤੇ ਪ੍ਰਾਇਮਰੀ ਸਕੂਲਾਂ, ਸਰਕਾਰੀ ਸਕੂਲਾਂ 'ਚ ਉੱਥੇ ਹੀ ਪੜ੍ਹਦੇ ਹੁੰਦੇ ਸੀ ਦੋਨੇ। ਇੱਕ ਕਾਕਾ ਸਾਡੇ, ਇੱਕ ਗੁੱਡੀ, ਤੇ ਦੋਨੋਂ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਸੀ। ਅਸੀਂ ਤੇ ਕਦੀ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਕਿ ਕੈਨੇਡਾ ਦੇ ਅਸੀਂ ਕਦੀ ਸੁਪਨਾ ਦੇਖਾਂਗੇ। ਤੇ ਸਾਡੇ ਬੱਚੇ, ਅਸੀਂ ਕਿਹਾ ਪੜੂਗੇ, ਥੋੜਾ 1000-2000 ਰੁਪਈਆ ਕਮਾ ਲਿਆ ਕਰੂਗੇ। ਤੋਂ ਬਾਅਦ 'ਚ ਅਸੀਂ ਕਿਹਾ ਬਾਪੂ ਜੀ ਵੀ ਸਾਡੀ ਹਾਲਤ ਇੱਦਾਂ ਹੀ ਰਹੂਗੀ, ਠੀਕ ਕਿ ਬਦਲ ਵੀ ਜਾਏਗੀ। ਤੇ ਬਾਬਾ ਜੀ ਕਹਿੰਦੇ, ਪੁੱਤ ਬੱਚਿਆਂ ਤੇ ਜਾ ਕੇ ਗਾਂ ਤੁਹਾਡੀ ਤਕਦੀਰ ਬਦਲ ਜਾਣੀ ਆ, ਤੁਸੀਂ ਨੇਚਾ ਰੱਖੋ। ਅਸੀਂ ਨੇਚਾ ਦੇ ਨਾਲ ਆਉਂਦੇ ਰਹੇ। ਉਸ ਤੋਂ ਬਾਅਦ ਸਾਡੀ ਗੁੱਡੀ ਸੀ, ਉਸ ਦੇ ਲਈ ਅਸੀਂ ਕਿਹਾ ਦੁਆ ਸਲਾਮ ਕਰੋ। ਉਸ ਨੂੰ ਨਵੋਦਿਆਂ ਵਿੱਚ ਫਿਰ ਫਲਾਹੀ ਸ਼ੀਟ ਮਿਲ ਗਈ, ਉਹਨੇ ਪੇਪਰ ਦਿੱਤਾ। ਤੇ ਇਹਨਾਂ ਦੀ ਦੁਆ ਸਦਕਾ ਇਹਨਾਂ ਨੇ ਦੁਆ ਕੀਤੀ। ਉਸ ਤੋਂ ਬਾਅਦ ਕਾਕਾ ਸੀ, ਕਾਕੇ ਲਈ ਦੁਆ ਕੀਤੀ ਇਹਨਾਂ ਨੇ। ਤੇ ਜੰਡਿਆਲੇ ਉੱਥੇ ਸਕੂਲ ਦੇ ਵਿੱਚ ਇਸ ਨੂੰ ਸ਼ੀਟ ਮਿਲ ਗਈ ਤੇ ਫ੍ਰੀ ਵਿੱਚ ਸਾਡੇ ਬੱਚੇ ਉੱਥੇ ਹੀ ਪੜ੍ਹ ਗਏ। ਤੇ ਉਸ ਤੋਂ ਬਾਅਦ 'ਚ ਆਏ ਤੇ ਬਾਬਾ ਜੀ ਕਹਿੰਦੇ, ਪੁੱਤ ਆਈਲੈਸ ਕਰਾ ਦਿਓ। ਆਈਲੈਸ ਕਰਵਾਈ। ਆਈਲੈਸ ਕਰਵਾ ਕੇ ਕਹਿੰਦੇ, ਪੁੱਤ ਇਹਨੂੰ ਅਸੀਂ ਬਾਹਰ ਭੇਜਣਾ ਆ, ਵੀ ਇੱਦਾਂ ਇੱਦਾਂ ਤੁਸੀਂ ਕਰੋ। ਸਾਨੂੰ ਜਿੱਦਾਂ ਦੱਸਦੇ ਸੀ ਅਸੀਂ ਉੱਦਾਂ ਇਹਨਾਂ ਦਾ ਕਿਹਾ, ਮੰਨਿਆ। ਤੇ ਅਸੀਂ ਮੰਨਦੇ ਕਰਦੇ ਰਹੇ। ਫਿਰ ਅਸੀਂ ਕਹਿੰਦੇ ਤੁਸੀਂ ਸਾਡੇ ਸਾਰਾ ਕੁਛ ਆ, ਗੁਰੂ ਮੁਰਸ਼ਿਦ ਤੁਸੀਂ ਆ ਸਾਰਾ ਕੁਛ। ਤੇ ਇਸ ਸਮੇਂ ਇਹਨਾਂ ਦੀ ਦੁਆ ਸਦਕਾ ਸਾਡੀ ਗੁੱਡੀ ਕੈਨੇਡਾ ਦੇ ਵਿੱਚ ਆ। ਤੁਸੀਂ ਇਸ ਰਸੋਈ ਖਾਨੇ ਦੀ ਸੇਵਾ ਕਦੋਂ ਤੋਂ ਕਰ ਰਹੇ ਹੋ? ਅਸੀਂ ਰਸੋਈ ਖਾਨੇ ਦੀ ਸੇਵਾ ਉਸ ਤੋਂ ਬਾਅਦ 'ਚ ਤਕਰੀਬਨ 3 ਸਾਲ ਹੋ ਗਏ। ਪਹਿਲਾਂ ਇਸ ਰਸੋਈ ਖਾਨੇ ਤੇ? ਹਾਂਜੀ 3 ਸਾਲ ਹੋ ਗਏ। ਜਦੋਂ ਸਾਡੀ ਗੁੱਡੀਆ ਬਾਹਰ ਚਲ ਗਈ, ਫਿਰ ਜ਼ਿੰਮੇਵਾਰੀ ਥੋੜੀ ਘਰ ਦੇ ਵਿੱਚ ਪਹਿਲਾਂ ਗੁੜੀਆ ਦੀ ਹੁੰਦੀ ਆ, ਵੀ ਹਾਂ ਵੀ ਘਰ ਦੇ ਵਿੱਚ ਗੁੜੀਆ ਆ, ਇੱਦਾਂ ਆ। ਤੇ ਉਸ ਤੋਂ ਬਾਅਦ 'ਚ ਕਾਕਾ ਸੀ, ਉਹ ਜੱਬੜ ਉੱਥੇ ਲੱਗ ਗਿਆ ਪੜ੍ਹਾਈ ਕਰਨ, ਤੇ ਉਹ ਲੈਬੋਰਟਰੀ ਦੀ ਡਿਗਰੀ ਕਰ ਰਿਹਾ। ਗੁੜੀਆ ਜਦੋਂ ਬਾਹਰ ਚਲੇ ਗਈ, ਉਸ ਤੋਂ ਬਾਅਦ 'ਚ ਸੇਵਾਦਾਰ ਇੱਥੇ ਚਾਹੀਦਾ ਸੀ। ਤਕਰੀਬਨ 3 ਸਾਲ ਹੋ ਗਏ ਲਗਾਤਾਰ ਇੱਥੇ ਮੈਨੂੰ ਆਉਂਦਿਆਂ ਨੂੰ। ਤੁਸੀਂ ਇੱਥੇ ਸੇਵਾ ਕਰਦੇ ਹੋ? ਸੇਵਾ ਕਰਦੇ, ਪ੍ਰਸ਼ਾਦ ਭਰਦੇ, ਜਲ ਭਰਦੇ। ਹਾਂਜੀ, ਠੀਕ ਹੈ, ਤੁਹਾਡਾ ਬਹੁਤ ਬਹੁਤ